तू निज पत है दाता, तू निज पत है दाता, दाता तू निज पत है दाता, तू निज पत है दाता। हम पीखक पेखारी तेरे, हम पीखक पेखारी तेरे, हम पीखक पेखारी तेरे, हम पीखक पेखारी तेरे, तू निज पत है दाता, तू निज पत है दाता, दाता तू निज पत है दाता, तू निज पत है दाता, तू निज पत है दाता, तू निज पत है दाता। सहबी कमाल बाणी के बहुत नाम की रसीए, सानू कलयुग जीवां नूं तारण वाले, चंवर छतर तख्त दे मालिक, हाजरा हजूर सर्ब कला भरपूर, गद्दी ते विराजमान सुभाईमान, धन धन सहब श्री गुरु ग्रंथ साहिब महाराज जी। सतगुरां दी अपार किरपा रहमत बख्शिश दे नाल ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੀ ਪਾਵਨ ਅਤੇ ਪਵਿੱਤਰ ਦੀਵਾਨਾਂ ਦੇ ਵਿੱਚ ਇਲਾਹੀ ਬਾਣੀ ਦੇ ਜਾਪ ਹੋਏ, ਉਪਰੰਤ ਆਸਾ ਜੀ ਦੀ ਵਾਰ ਦੀ ਕੀਰਤਨ ਹੋਏ, ਤੇ ਸਤਿਗੁਰੂ ਜੀ ਸਾਨੂੰ ਅੱਜ ਦੇ ਆਪਣੇ ਪਾਵਨ ਅਤੇ ਪਵਿੱਤਰ ਮੁੱਖ ਵਾਕਾਂ ਦੇ ਵਿੱਚ ਸਾਨੂੰ ਕੀ ਸਮਝਾਉਣਾ ਕਰ ਰਹੇ ਹਨ। ਆਓ ਸਰਵਣ ਕਰੀਏ ਜੀ। ਧਨਾਸਰੀ ਮਹੱਲਾ ਤੀਜਾ। नावे की कीमत मित कहीं न जाए, से जन धन जिन एक नाम लिव लाए। कि गुरु प्यारिओ, जिवें इस संसार दे विच दो तरह के धन हैं। एक धन है दुनियावी धन, एक धन है उस परमात्मा के नाम का धन। दुनियावी धन की जिहड़ी कीमत है वो इंसान उस धन की कीमत तय कर सकता है, पर जेकर आपां गल करिए उस परमात्मा के नाम के धन की, एक तकड़ी दे विच आपां दुनियावी धन हीरे जवाहरात पा दिए, ते दूसरे पलड़े दे विच नाम धन नूं पा दिए, ते गुरु प्यारे वो जिहड़े दुनियावी हीरे जवाहरात धन दौलत है वो सब उस परमात्मा के नाम के धन के बराबर कूड़ दी न्याई है। आखो सतनाम श्री वाहिगुरू। नामे की कीमत मित कहीं न जाए, कि उस परमात्मा के जिहड़े नाम का जिहड़ा मुल है इस संसार दे विच, चाहे जिड्डा मर्जी कोई धनवान होवे, कोई राजा महाराजा होवे, चाहे कोई मंत्री होवे, कोई भी उस परमात्मा के नाम का जिहड़ा मुल है कोई नहीं पा सकता। नामे की कीमत मित कहीं न जाए, से जन धन जिन एक नाम लिव लाए। कि गुरु प्यारे, इस संसार दे विच आपां अनेकां ही जीव रह रहे हैं, अनेकां ही करोड़ां दे हिसाब दे नाल इस धरती ते मनुख रह रहे हैं, जीव जंतु रह रहे हैं, कुदरत रह रही है इस संसार दे विच, पर उन्हां करोड़ां दे विचों वो विरले ही गुरमुख प्यारे हन। गुरमुख वो विरले ही सेवक जन हन, विरले ही उस परमात्मा दे भगत जन हन कि जिहड़े उस परमात्मा दे नाम दे विच एक नाम लिव लाए, कि जिन्हां ने उस परमात्मा दे नाम दे विच सुरत जोड़ी हुई है। आखो सतनाम श्री वाहिगुरू। गुरमत साची साचा विचार, आपे बख्शे दे विचार। कि गुरु प्यारिओ, इस मनुखा जीवन नूं जीउण दी जिहड़ी जांच है वो सानू कौन बख्शिश करता है? वो गुरु की कृपा दे नाल वो मत, वो बुद्धि, वो सोझी इंसान नूं मिलदी है।
ਗੁਰੂ ਦੀ ਕਿਰਪਾ ਤੋਂ ਬਗੈਰ ਕਿਸੇ ਵੀ ਇਨਸਾਨ ਨੂੰ ਇਹ ਜਿਹੜਾ ਮਨੁੱਖਾ ਜੀਵਨ ਹੈ ਉਸ ਨੂੰ ਕਿਵੇਂ ਜਿਉਣਾ ਹੈ, ਜਿਉਣ ਦੀ ਜਿਹੜੀ ਜਾਂਚ ਹੈ ਉਹ ਕਦੀ ਵੀ ਕਿਸੇ ਨੂੰ ਨਹੀਂ ਆ ਸਕਦੀ। ਗੁਰਮਤਿ ਸਾਚੀ ਸਾਚਾ ਵਿਚਾਰ, ਕਿ ਗੁਰੂ ਦੀ ਮੱਤ ਜਦੋਂ ਆਪਾਂ ਆਪਣੇ ਜੀਵਨ ਦੇ ਵਿੱਚ ਧਾਰਨ ਕਰ ਲੈਂਦੇ ਹਾਂ, ਆਪਣੇ ਜੀਵਨ ਦੇ ਵਿੱਚ ਗੁਰੂ ਪਿਆਰੇ ਗ੍ਰਹਿਣ ਕਰ ਲੈਂਦੇ ਹਾਂ, ਤੇ ਇਹ ਜਿਹੜਾ ਸਾਡਾ ਜੀਵਨ ਹੈ, ਇਸ ਜੀਵਨ ਦੇ ਵਿੱਚ ਅਨੇਕਾਂ ਹੀ ਪ੍ਰਕਾਰ ਦੀਆਂ ਤਬਦੀਲੀਆਂ ਆ ਜਾਂਦੀਆਂ ਹਨ ਜਿਨ੍ਹਾਂ ਬਾਰੇ ਕਦੇ ਵੀ ਇਨਸਾਨ ਨੇ ਸੋਚਿਆ ਨਹੀਂ ਹੁੰਦਾ। ਗੁਰਮਤਿ ਸਾਚੀ ਸਾਚਾ ਵਿਚਾਰ, ਆਪੇ ਬਖਸ਼ੇ ਦੇ ਵਿਚਾਰ। ਤੇ ਜਦੋਂ ਆਪਾਂ ਗੁਰੂ ਦੀ ਹਜ਼ੂਰੀ ਵਿੱਚ ਆਉਂਦੇ ਹਾਂ, ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆਉਂਦੇ ਹਾਂ, ਨਤਮਸਤਕ ਹੁੰਦੇ ਹਾਂ, ਤੇ ਸਤਿਗੁਰ ਸੱਚੇ ਪਾਤਸ਼ਾਹ ਫਿਰ ਆਪਣੇ ਉਹਨਾਂ ਸੇਵਕਾਂ ਤੇ ਕਿਰਪਾ ਕਰਦੇ ਹਨ, ਉਹਨਾਂ ਨੂੰ ਦੁਨਿਆਵੀ ਮੱਤ ਬਖਸ਼ਿਸ਼ ਕਰਦੇ ਹਨ ਅਤੇ ਆਤਮਿਕ ਮੱਤ ਵੀ ਉਹਨਾਂ ਨੂੰ ਬਖਸ਼ਿਸ਼ ਕਰਦੇ ਹਨ। ਆਪੇ ਬਖਸ਼ੇ ਦੇ ਵਿਚਾਰ, ਤੇ ਉਹ ਆਪੇ ਹੀ ਬਖਸ਼ਿਸ਼ ਕਰਦਾ ਹੈ ਤੇ ਫਿਰ ਉਹ ਆਪਣੇ ਗੁਰਸਿੱਖਾਂ ਦੇ ਕੋਲੋਂ ਆਪਣੀ ਵਿਚਾਰ ਆਪ ਹੀ ਕਰਵਾਉਂਦਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਹਰ ਨਾਮ ਅਚਰਜ ਪ੍ਰਭ ਆਪ ਸੁਨਾਏ, ਕੱਲੀ ਕਾਲ ਵਿੱਚ ਗੁਰਮੁਖ ਪਾਏ। ਕਿ ਗੁਰੂ ਪਿਆਰਿਓ, ਹਰ ਨਾਮ ਅਚਰਜ ਪ੍ਰਭ ਆਪ ਸੁਨਾਏ, ਕਿ ਉਸ ਪਰਮਾਤਮਾ ਦੇ ਨਾਮ ਦੇ ਵਿੱਚ ਗੁਰੂ ਪਿਆਰਿਓ ਇੰਨੀ ਕੁ ਤਾਕਤ ਹੈ, ਇੰਨੀ ਕੁ ਸ਼ਕਤੀ ਹੈ। ਜਿਹੜੇ ਫਿਰ ਉਸ ਪਰਮਾਤਮਾ ਦਾ ਨਾਮ ਜਪਦੇ ਹਨ ਉਹ ਸਦਾ ਹੀ ਆਪਣੇ ਆਨੰਦ ਵਿੱਚ ਰਹਿੰਦੇ ਹਨ। ਹਰ ਨਾਮ ਅਚਰਜ ਪ੍ਰਭ ਆਪ ਸੁਨਾਏ। ਤੇ ਜਿਨ੍ਹਾਂ ਤੇ ਕਿਰਪਾ ਹੁੰਦੀ ਹੈ, ਜਿਨ੍ਹਾਂ ਤੇ ਰਹਿਮਤ ਹੁੰਦੀ ਹੈ, ਉਹ ਵਿਰਲੇ ਹੀ ਇਸ ਸੰਸਾਰ ਦੇ ਵਿੱਚ ਗੁਰਮੁਖ ਜਨ ਹਨ, ਸੰਤ ਜਨ ਹਨ, ਭਗਤ ਜਨ ਹਨ, ਜਿਹੜੇ ਉਸ ਪ੍ਰਮਾਤਮਾ ਦਾ ਨਾਮ ਜਪਦੇ ਹਨ ਤੇ ਹੋਰਨਾਂ ਨੂੰ ਵੀ ਜਪਾਉਂਦੇ ਹਨ। ਹਰ ਨਾਮ ਅਚਰਜ ਪ੍ਰਭ ਆਪ ਸੁਨਾਏ, ਕਿ ਆਪਣੀ ਰਸਨਾ ਦੇ ਨਾਲ ਪਹਿਲਾਂ ਉਹ ਆਪ ਨਾਮ ਜਪਦੇ ਹਨ ਤੇ ਫਿਰ ਆਪਣੀ ਉਸੇ ਰਸਨਾ ਦੇ ਨਾਲ ਹੋਰਾਂ ਨੂੰ ਨਾਮ ਸੁਣਾਉਂਦੇ ਹਨ ਤੇ ਨਾਮ ਜਪਾਉਂਦੇ ਹਨ। ਕੱਲੀ ਕਾਲ ਵਿੱਚ ਗੁਰਮੁਖ ਪਾਏ, ਕਿ ਇਸ ਕਲਯੁਗ ਦੇ ਇਸ ਭਿਆਨਕ ਸਮੇਂ ਦੇ ਵਿੱਚ ਗੁਰੂ ਪਿਆਰਿਓ, ਇਸ ਕਲਯੁਗ ਦੇ ਕਾਲ ਦੇ ਵਿੱਚ ਉਹ ਵਿਰਲੇ ਹੀ ਗੁਰਮੁਖ ਜਨ ਹਨ ਜਿਹੜੇ ਆਪਣੇ ਇਸ ਜੀਵਨ ਦੇ ਵਿੱਚੋਂ, ਰੁਝੇਵਿਆਂ ਭਰੇ ਜੀਵਨ ਦੇ ਵਿੱਚ ਕੁਝ ਸਮਾਂ ਕੱਢ ਕੇ ਉਸ ਪਰਮਾਤਮਾ ਦਾ ਨਾਮ ਜਪਦੇ ਹਨ। ਕੱਲੀ ਕਾਲ ਵਿੱਚ ਗੁਰਮੁਖ ਪਾਏ, ਕਿ ਉਹ ਵਿਰਲੇ ਹੀ ਉਹ ਸੇਵਕ ਜਨ ਹਨ, ਵਿਰਲੇ ਹੀ ਉਹ ਗੁਰਮੁਖ ਪਿਆਰੇ ਹਨ। ਹਮ ਮੂਰਖ ਮੂਰਖ ਮਨ ਮਾਏ, ਹਉਮੈ ਵਿੱਚ ਸਭ ਕਾਰ ਕਮਾਏ। ਕਿ ਗੁਰੂ ਪਿਆਰਿਓ, ਇਹ ਜਿਹੜਾ ਜੀਵਨ ਸਾਨੂੰ ਉਸ ਪਰਮਾਤਮਾ ਨੇ ਬਖਸ਼ਿਸ਼ ਕੀਤਾ ਹੈ, ਜੇਕਰ ਆਪਾਂ ਆਪਣੇ ਇਸ ਜੀਵਨ ਦੇ ਬਚਪਨ ਤੋਂ ਲੈ ਕੇ ਬੁਢੇਪੇ ਤੱਕ ਆਪਾਂ ਵਿਚਾਰ ਕਰੀਏ ਤੇ ਆਪਾਂ ਉਸ ਵਿਚਾਰ ਵਿੱਚ ਦੇਖੀਏ ਕਿ ਉਸ ਆਪਣੇ ਇਸ ਇੰਨੇ ਸਮੇਂ ਦੇ ਵਿੱਚ ਇਨਸਾਨ ਨੇ ਕੀ ਕੀਤਾ। ਬਚਪਨ ਆਉਂਦਾ ਹੈ, ਬਚਪਨ ਦੇ ਵਿੱਚ ਮਨੁੱਖ ਲੋਭ ਮੋਹ ਦੇ ਵਿੱਚ ਫਸ ਜਾਂਦਾ ਹੈ, ਫਿਰ ਜਵਾਨੀ ਆਉਂਦੀ ਹੈ, ਫਿਰ ਹੋਰ ਉਸ ਦੀ ਜਿਹੜੀ ਵਿਵਸਥਾ ਹੈ ਉਹ ਤਬਦੀਲ ਹੋ ਜਾਂਦੀ ਹੈ, ਉਸ ਦਾ ਸਮਾਂ ਉਹ ਵੀ ਲੰਘ ਜਾਂਦਾ ਹੈ, ਫਿਰ ਬੁਢੇਪਾ ਆ ਜਾਂਦਾ ਹੈ, ਫਿਰ ਉਹ ਬੁਢੇਪੇ ਦੇ ਵਿੱਚ ਆਪਣਾ ਸਮਾਂ ਗੁਜ਼ਾਰ ਲੈਂਦਾ ਹੈ। ਤੇ ਇਸੇ ਤਰ੍ਹਾਂ ਇਹ ਜਿਹੜਾ ਜੀਵਨ ਹੈ ਉਹ ਜੀਵਨ ਇਨਸਾਨ ਦੇ ਹੱਥੋਂ ਚਲਾ ਜਾਂਦਾ ਹੈ। ਹਮ ਮੂਰਖ ਮੂਰਖ ਮਨ ਮਾਹੇ, ਕਿ ਆਪਣੇ ਮਨ ਨੂੰ ਇਸ ਮਨ ਨੂੰ ਸਮਝਾਉਣਾ ਕਰੀਏ ਕਿ ਭਾਈ ਇਹ ਜਿਹੜਾ ਸਾਨੂੰ ਜੀਵਨ ਉਸ ਪਰਮਾਤਮਾ ਨੇ ਬਖਸ਼ਿਸ਼ ਕੀਤਾ ਹੈ ਇਹ ਬੜਾ ਹੀ ਪਵਿੱਤਰ ਜੀਵਨ ਹੈ, ਤੇ ਇਸ ਮੂਰਖ ਮਨ ਨੂੰ ਸਮਝਾਈਏ ਕਿ ਭਾਈ ਉਸ ਪਰਮਾਤਮਾ ਦਾ ਨਾਮ ਜਪੀਏ, ਹਉਮੈ ਵਿੱਚ ਸਭ ਕਾਰ ਕਮਾਏ। ਕਿ ਬਚਪਨ ਤੋਂ ਲੈ ਕੇ ਬੁਢੇਪੇ ਤੱਕ ਗੁਰੂ ਪਿਆਰਿਓ ਇਨਸਾਨ ਆਪਣੀ ਹਉਮੈ ਦੇ ਵਿੱਚ ਹੀ ਆਪਣਾ ਉਸਨੇ ਸਮਾਂ ਬਤੀਤ ਕੀਤਾ। ਹਉਮੈ ਵਿੱਚ ਸਭ ਕਾਰ ਕਮਾਈ, ਕਿ ਹਉਮੈ ਦੇ ਵਿੱਚ ਹੀ ਸਭ ਕੁਝ ਕਰਦਾ ਰਿਹਾ, ਉਸ ਪ੍ਰਮਾਤਮਾ ਦੇ ਨਾਮ ਨੂੰ ਕਦੇ ਚੇਤੇ ਨਹੀਂ ਕੀਤਾ। ਤੇ ਬਚਪਨ ਤੋਂ ਲੈ ਕੇ ਬੁਢੇਪੇ ਤੱਕ ਉਹ ਜਿੰਨਾ ਵੀ ਜੀਵਨ ਸੀ ਉਸ ਇਨਸਾਨ ਨੇ, ਉਸ ਮਨੁੱਖ ਨੇ ਅਜਾਈ ਹੀ ਗਵਾ ਦਿੱਤਾ। ਗੁਰ ਪ੍ਰਸਾਦੀ ਹਉਮੈ ਜਾਏ, ਆਪ ਆਪੇ ਬਖਸ਼ੇ ਲਏ ਮਿਲਾਏ। ਤੇ ਇਹ ਜਿਹੜੀ ਹਉਮੈ ਹੈ ਇਹ ਕਿਵੇਂ ਗੁਰੂ ਪਿਆਰਿਓ ਇਸ ਨੂੰ ਆਪਾਂ ਆਪਣੇ ਇਸ ਹਿਰਦੇ ਦੇ ਵਿੱਚ ਕੱਢ ਸਕਦੇ ਹਾਂ। ਗੁਰ ਪ੍ਰਸਾਦੀ ਹਉਮੈ ਜਾਏ, ਕਿ ਗੁਰੂ ਦੇ ਪ੍ਰਸ਼ਾਦ ਦੇ ਰਾਹੀਂ, ਉਹ ਵਾਲਾ ਪ੍ਰਸ਼ਾਦ ਨਹੀਂ ਕਿ ਜਿਸ ਨੂੰ ਆਪਾਂ ਕੜਾਹ ਪ੍ਰਸ਼ਾਦੀ ਦੇਗ ਆਖਦੇ ਹਾਂ, ਕਿ ਜੇਕਰ ਉਹ ਆਪਾਂ ਛਕਾਂਗੇ ਤੇ ਆਪਾਂ ਉਸ ਨੂੰ ਛਕਣ ਦੇ ਨਾਲ ਇਸ ਸਰੀਰ, ਇਸ ਮਨ ਦਾ ਜਿਹੜੀ ਮਨ ਦੀ ਵਿਵਸਥਾ ਹੈ ਉਹ ਬਦਲ ਜਾਵੇਗੀ। ਇੱਥੇ ਸਤਿਗੁਰੂ ਜੀ ਸਾਨੂੰ ਸਮਝਾਉਣਾ ਕਰ ਰਹੇ ਹਨ ਗੁਰ ਪ੍ਰਸਾਦੀ, ਕਿ ਗੁਰੂ ਦਾ ਪ੍ਰਸ਼ਾਦ, ਗੁਰੂ ਦਾ ਸ਼ਬਦ ਲੈ ਕੇ ਉਸ ਨੂੰ ਪ੍ਰਸ਼ਾਦ ਰੂਪ ਦੇ ਵਿੱਚ ਆਪਣੇ ਇਸ ਮਨ ਦੇ ਨਾਲ ਆਪਾਂ ਉਸ ਨੂੰ ਜਪਣਾ ਹੈ ਤੇ ਗੁਰੂ ਦੇ ਸ਼ਬਦ ਨੂੰ ਆਪਾਂ ਉਸ ਦੀ ਆਰਾਧਨਾ ਕਰਨੀ ਹੈ, ਬਾਣੀ ਨੂੰ ਪੜ੍ਹਨਾ ਹੈ ਤੇ ਸਿਮਰਨ ਦੇ ਵਿੱਚ ਆਪਾਂ ਆਪਣਾ ਮਨ ਜੋੜਨਾ ਹੈ। ਤੇ
ਤੇ ਜਦੋਂ ਆਪਾਂ ਗੁਰੂ ਦੇ ਸ਼ਬਦ ਦਾ ਸਹਾਰਾ ਲਵਾਂਗੇ ਤੇ ਉਹ ਗੁਰੂ ਦਾ ਸ਼ਬਦ ਕਿਹੜਾ ਹੈ ਜਿਹੜਾ ਹਉਮੈ ਨੂੰ ਮਿਟਾ ਸਕਦਾ ਹੈ? ਵਾਹਿਗੁਰੂ ਗੁਰੂ ਮੰਤਰ ਹੈ, ਜਪ ਹਉਮੈ ਖੋਏ। ਕਿ ਵਾਹਿਗੁਰੂ ਸ਼ਬਦ ਦਾ ਸਹਾਰਾ ਲੈ ਕੇ ਗੁਰੂ ਪਿਆਰਿਓ ਆਪਾਂ ਆਪਣੇ ਇਸ ਜੀਵਨ ਦੀ ਜਿਹੜੀ ਤਬਦੀਲੀ ਹੈ ਇਸ ਜੀਵਨ ਦੀ ਆਪਾਂ ਕਰ ਸਕਦੇ ਹਾਂ। ਆਪੇ ਬਖਸ਼ੇ ਲਈ ਮਿਲਾਈ। ਜਿਸ ਤੇ ਸਤਿਗੁਰ ਜੀ ਮਿਹਰ ਕਰਦੇ ਹਨ ਉਹੀ ਉਸ ਪਰਮਾਤਮਾ ਦਾ ਨਾਮ ਜਪਦੇ ਹਨ। ਤੇ ਅੱਗੇ ਸਤਿਗੁਰੂ ਜੀ ਕੀ ਸਮਝਾਣਾ ਕਰ ਰਹੇ ਹਨ? ਵਿਖਿਆ ਕਾ ਧਨ ਬਹੁਤ ਅਭਿਮਾਨ, ਅਹੰਕਾਰ ਡੂਬੇ ਨਾ ਪਾਵੈ ਮਾਨ। ਕਿ ਇਨਸਾਨ ਸਾਰੀ ਉਮਰ ਧਨ ਇਕੱਠਾ ਕਰਨ ਦੇ ਵਿੱਚ ਲੱਗਾ ਰਹਿੰਦਾ ਹੈ ਗੁਰੂ ਪਿਆਰਿਓ। ਇੱਕ ਧਨ ਹੁੰਦਾ ਹੈ ਕਿ ਬੰਦੇ ਨੇ ਨੇਕ ਕਮਾਈ ਕਰਕੇ ਉਹ ਧਨ ਕਮਾਉਣਾ ਹੈ। ਇੱਕ ਧਨ ਹੁੰਦਾ ਹੈ ਕਿ ਇਨਸਾਨ ਗਲਤ ਤਰੀਕੇ ਦੇ ਨਾਲ ਉਸ ਧਨ ਦੀ ਕਮਾਈ ਕਰਦਾ ਹੈ। ਵਿਖਿਆ ਕਾ ਧਨ ਬਹੁਤ ਅਭਿਮਾਨ। ਜਿਸ ਧਨ ਨੂੰ ਸਤਿਗੁਰਾਂ ਨੇ ਵਿਖਿਆ ਆਖਿਆ ਹੈ, ਗਲਤ ਤਰੀਕੇ ਨਾਲ ਕਮਾਇਆ ਹੋਇਆ ਧਨ ਵਿਖਿਆ ਇੱਕ ਕੂੜ ਦੇ ਬਰਾਬਰ ਹੈ। ਵਿਖਿਆ ਕਾ ਧਨ ਬਹੁਤ ਅਭਿਮਾਨ। ਤੇ ਇਹ ਜਿਹੜਾ ਫਿਰ ਵਿਖਿਆ ਦਾ ਧਨ ਹੈ, ਜਿਹੜਾ ਗਲਤ ਤਰੀਕੇ ਦੇ ਨਾਲ ਕਮਾਇਆ ਹੋਇਆ ਧਨ, ਇਹ ਇਨਸਾਨ ਦੇ ਅੰਦਰ ਵਿਸ਼ੇ ਵਿਕਾਰ ਅਹੰਕਾਰ ਪੈਦਾ ਕਰਦਾ ਹੈ। ਅਹੰਕਾਰ ਡੂਬੇ ਨਾ ਪਾਵੇ ਮਾਨ। ਕਿ ਫਿਰ ਜਦੋਂ ਇਨਸਾਨ ਗਲਤ ਤਰੀਕੇ ਦੇ ਨਾਲ ਧਨ ਕਮਾਉਣਾ ਸ਼ੁਰੂ ਕਰ ਦਿੰਦਾ ਹੈ, ਫਿਰ ਉਹ ਵਿਕਾਰਾਂ ਦੇ ਵਿੱਚ ਫਸ ਜਾਂਦਾ ਹੈ। ਉਸ ਦੀ ਜਿਹੜੀ ਮੱਤ ਹੈ ਉਹ ਵਿਕਾਰਾਂ ਦੇ ਵਿੱਚ ਮਲੀਨ ਹੋ ਜਾਂਦੀ ਹੈ ਤੇ ਉਹ ਫਿਰ ਇਨਸਾਨ ਵਿਕਾਰਾਂ ਦੇ ਵਿੱਚੋਂ ਨਹੀਂ ਨਿਕਲਦਾ ਤੇ ਸਦਾ ਹੀ ਉਹ ਆਪਣੀ ਹਉਮੈ ਅਤੇ ਹੰਕਾਰ ਦੇ ਵਿੱਚ ਉਹ ਫਸਿਆ ਰਹਿੰਦਾ ਹੈ। ਤੇ ਇਹ ਜਿਹੜਾ ਮਨੁੱਖਾ ਜੀਵਨ ਹੈ ਉਸ ਨੂੰ ਅਜਾਏ ਹੀ ਉਹ ਇਸ ਸੰਸਾਰ ਦੇ ਵਿੱਚ ਗਵਾ ਲੈਂਦਾ ਹੈ। ਆਪ ਛੋੜ ਸਦਾ ਸੁਖ ਹੋਈ, ਗੁਰਮਤਿ ਸਲਾਹੀ ਸੱਚ